ਅੱਜ ਦੱਸਾਂਗਾ ਕਿ ਬੰਦਾ ਮਰ ਚੁੱਕਾ ਹੈ, ਪਰ ਮਰਨ ਤੋਂ ਬਾਅਦ ਜਦੋਂ ਉਸ ਦਾ ਸਮਾਨ ਘਰ ਆਇਆ ਤੇ ਕਿਸ ਤਰ੍ਹਾਂ ਹੰਗਾਮਾ ਮਚਿਆ ਹੈ। ਕਈ ਵਾਰੀ ਅਜੀਬ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ। ਇਨਸਾਨ ਇਸ ਦੁਨੀਆ ਤੋਂ ਚਲੇ ਜਾਂਦਾ ਹੈ, ਪਰ ਉਸ ਤੋਂ ਬਾਅਦ ਕਈ ਕੁਛ ਅਜਿਹਾ ਹੁੰਦਾ ਹੈ ਜੋ ਉਸਨੇ ਪਲੈਨਿੰਗ ਲਈ ਰੱਖਿਆ ਹੁੰਦਾ ਹੈ, ਭਵਿੱਖ ਨੂੰ ਲੈ ਕੇ ਰੱਖਿਆ ਹੁੰਦਾ ਹੈ। ਲੇਕਿਨ ਉਹ ਬੰਦਾ ਮਰ ਜਾਂਦਾ ਹੈ ਜਿਸ ਨੇ ਪਲੈਨਿੰਗ ਨੂੰ ਲੈ ਕੇ ਬੜਾ ਕੁਛ ਰੱਖਿਆ ਹੁੰਦਾ ਹੈ, ਲੇਕਿਨ ਉਸ ਤੋਂ ਬਾਅਦ ਉਸ ਦਾ ਸਮਾਨ ਜਦੋਂ ਘਰ ਵਾਪਸ ਆਉਂਦਾ ਤੇ ਫਿਰ ਕਿਸ ਤਰ੍ਹਾਂ ਦਾ ਹੰਗਾਮਾ ਜਿਹੜਾ ਉਹ ਮਚਦਾ ਹੈ। ਔਰ ਇਸ ਤਰ੍ਹਾਂ ਦਾ ਹੀ ਮਾਮਲਾ ਕਈ ਵਾਰੀ ਸਾਹਮਣੇ ਆਉਂਦਾ ਹੈ ਜਿੱਥੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਉਸ ਦੇ ਨਾਮ ਜੋ ਵੀ ਮਤਲਬ ਸਮਾਨ ਹੋਵੇ ਉਸ ਦੇ ਪਰਿਵਾਰ ਤੱਕ ਪਹੁੰਚਦਾ ਹੈ, ਤੇ ਪਰਿਵਾਰ ਜਿਹੜੇ ਹੈ ਕਿੰਨੇ ਮਤਲਬ ਹੈਰਾਨ ਤੇ ਪਰੇਸ਼ਾਨ ਹੁੰਦੇ ਹਨ। ਔਰ ਜੋ ਸ਼ਖਸ ਮਰ ਚੁੱਕਾ ਹੈ ਔਰ ਜਦੋਂ ਉਸਦੇ ਪੁੱਤਰ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਤੇਰੇ ਪਿਤਾ ਵੱਲੋਂ ਆ ਸਮਾਨ ਜਿਹੜਾ ਬੁੱਕ ਕਰਵਾਇਆ ਗਿਆ ਸੀ, ਤੇ ਉਸ ਤੋਂ ਬਾਅਦ ਮਤਲਬ ਉਸ ਪਰਿਵਾਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ। ਉਹ ਕਈ ਤਰ੍ਹਾਂ ਦੇ ਮਤਲਬ ਉਸ ਸਮਾਨ ਨੂੰ ਲੈਣ ਲਈ ਦਸਤਾਵੇਜ਼ ਲੈ ਕੇ ਪਹੁੰਚਦੇ ਨੇ, ਲੇਕਿਨ ਦਸਤਾਵੇਜ਼ ਕਰਕੇ ਨਗਦ ਪੈਸੇ ਦੇ ਕੇ ਵੀ ਉਹ ਮਤਲਬ ਸਮਾਨ ਜਿਹੜਾ ਉਹ ਲੈ ਗਿਆ। ਇਹ ਗੱਲ ਦਾ ਸਾਨੂੰ ਉਦੋਂ ਪਤਾ ਲੱਗਾ ਜਦੋਂ ਕਿ ਘਰ ਦੇ ਵਿੱਚ ਮਤਲਬ ਉਸ ਸਮਾਨ ਦਾ ਜਿਹੜਾ ਮਤਲਬ ਰਸੀਦ ਸੀ ਉਹ ਪੋਸਟ ਦੁਆਰਾ ਆਈ ਆ, ਔਰ ਜਿਸ ਤੋਂ ਬਾਅਦ ਮਤਲਬ ਕਈ ਤਰ੍ਹਾਂ ਦੀਆਂ ਅਟਕਲਾਂ ਪੈਦਾ ਹੁੰਦੀਆਂ। ਦੋਸਤੋ, ਇਹ ਮਨ ਘੜਤ ਕਹਾਣੀਆਂ ਨਹੀਂ, ਇਹ ਕਈ ਵਾਰੀ ਅਜਿਹੀਆਂ ਹੋ ਜਾਂਦੀਆਂ ਨੇ ਕਿ ਇਨਸਾਨ ਜਿਹੜਾ ਹੈ ਆਪਣੇ ਭਵਿੱਖ ਨੂੰ ਲੈ ਕੇ ਕੁਛ ਨਾ ਕੁਛ ਅਜਿਹਾ ਕਰਨਾ ਚਾਹੁੰਦਾ ਹੈ, ਪਰ ਉਸ ਦੀ ਪਲੈਨਿੰਗ ਧਰੀ ਧਰਾਈ ਰਹਿ ਜਾਂਦੀ ਆ। ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਤੇ ਉਸ ਦਾ ਸਮਾਨ ਜਿਹੜਾ ਉਹ ਵਾਪਸ ਦੁਬਾਰਾ ਉਸ ਦੇ ਘਰ ਆਉਂਦਾ ਹੈ। ਔਰ ਇਸ ਤਰ੍ਹਾਂ ਦੀ ਰਾਜਸਥਾਨ ਦੇ ਇਲਾਕੇ ਦੇ ਵਿੱਚ ਵੀ ਘਟਨਾ ਹੋਈ ਸੀ, ਜਦੋਂ ਮਤਲਬ ਬੰਦਾ ਮਰ ਗਿਆ, ਮਰਨ ਤੋਂ ਬਾਅਦ ਉਸ ਦਾ ਸਮਾਨ ਆਇਆ ਤੇ ਘਰ ਦੇ ਵਿੱਚ ਮਤਲਬ ਉਸ ਦੇ ਸਮਾਨ ਨੂੰ ਲੈ ਕੇ ਬੰਦੇ ਨੂੰ ਕਿਸੇ ਨੇ ਨਹੀਂ ਪੁੱਛਿਆ ਸੀ। ਬੰਦਾ ਵਿਚਾਰਾ ਬਿਮਾਰੀ ਦੇ ਨਾਲ ਤੜਪ ਕੇ ਮਰ ਗਿਆ, ਲੇਕਿਨ ਉਸ ਦਾ ਜਦੋਂ ਸਮਾਨ ਜਾਂ ਕੁਛ ਨਗਦੀ ਦੇ ਰੂਪ ਵਿੱਚ ਆਇਆ ਤੇ ਪਰਿਵਾਰ ਦੇ ਵਿੱਚ ਮਤਲਬ ਉਸ ਚੀਜ਼ ਨੂੰ ਲੈ ਕੇ ਆਪਣੀ ਜਿਹੜੀ ਸੇਵਾ ਹੈ ਉਸ ਦਾ ਜ਼ਿਕਰ ਕਰਨਾ ਉਹਨਾਂ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ। ਮਤਲਬ ਕਹਿ ਸਕਦੇ ਹਾਂ ਕਿ ਕਈ ਵਾਰ ਅਜਿਹਾ ਹੋ ਜਾਂਦਾ ਹੈ, ਪਰ ਬੰਦਾ ਜਿਹੜਾ ਹੈ ਉਹ ਜਦੋਂ ਇਸ ਤਰ੍ਹਾਂ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਉਹਦੀ ਕਦਰ ਕਰਨੀ ਚਾਹੀਦੀ ਹੈ। ਪਤਾ ਨਹੀਂ ਉਸਨੇ ਤੁਹਾਡੇ ਭਵਿੱਖ ਬਣਾਉਣ ਵਾਸਤੇ ਕੀ ਕੀਤੇ ਨੇ, ਕਿਸ ਤਰ੍ਹਾਂ ਦੇ ਪਾਪੜ ਵੇਲੇ ਹੋਏ ਨੇ, ਔਰ ਜਦੋਂ ਅੰਤਮ ਸਮੇਂ ਉਸ ਨੂੰ ਸੇਵਾ ਦਾ ਮਤਲਬ ਸੇਵਾ ਕਰਨ ਦਾ ਮੌਕਾ ਹੁੰਦਾ ਹੈ ਉਸ ਸ਼ਖਸ ਦੀ, ਤੇ ਆਪਾਂ ਉਸ ਦੇ ਕੋਲੋਂ ਨਜ਼ਰ ਅੰਦਾਜ਼ ਉਸ ਨੂੰ ਕਰਦੇ ਹਾਂ। ਨਹੀਂ ਹੋਣਾ ਚਾਹੀਦਾ। ਸੋ ਇਸ ਤੋਂ ਬਾਅਦ ਮਤਲਬ ਜਦੋਂ ਉਸ ਬੰਦੇ ਦੀ ਹਕੀਕਤ ਦਾ ਪਤਾ ਲੱਗਦਾ ਹੈ ਤਾਂ ਫਿਰ ਅਹਿਸਾਸ ਹੁੰਦਾ ਹੈ ਕਿ ਇਹ ਜੋ ਹੋਇਆ ਉਸ ਮਾਲਕ ਦੀ ਰਜ਼ਾ ਦੇ ਵਿੱਚ ਹੀ ਹੋਇਆ ਹੈ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ, ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ, ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।